ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਮਏ ਪ੍ਰੀਵੀਅਸ ਪੰਜਾਬੀ ਵਾਲੇ ਸਟੂਡੈਂਟਸ, ਬੇਟਾ ਅੱਜ ਜਿਹੜਾ ਅਸੀਂ ਆਪਣਾ ਟੌਪਿਕ YouTube ਤੇ ਕਰਾਂਗੇ ਉਹ ਸਾਡਾ ਸਾਹਿਤ ਸਿਧਾਂਤ ਅਤੇ ਵਿਹਾਰਕ ਆਲੋਚਨਾ ਵਾਲੇ ਪੇਪਰ ਨਾਲ ਸੰਬੰਧਿਤ ਹੈ। ਜਦੋਂ ਅਸੀਂ ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਹਰਭਜਨ ਸਿੰਘ ਆਦਿ ਮਾਰਕਸਵਾਦੀ ਆਲੋਚਕਾਂ ਦੀ ਸਮੀਖਿਆ ਪ੍ਰਣਾਲੀਆਂ ਕਰਦੇ ਹਾਂ, ਉਸ ਵੇਲੇ ਅਸੀਂ ਰਵਿੰਦਰ ਸਿੰਘ ਰਵੀ ਦੀ ਵੀ ਮਾਰਕਸਵਾਦੀ ਆਲੋਚਨਾ ਨਾਲ ਸੰਬੰਧਿਤ ਇੱਕ ਟੌਪਿਕ ਕਰਨਾ ਹੁੰਦਾ ਹੈ। ਅਜੇ ਤੇ ਇਹ ਮੈਂ ਨਹੀਂ ਕਹੂੰਗੀ ਤੁਹਾਡੇ ਕੰਮ ਆਏਗਾ, ਪਰ ਜਦੋਂ ਅਸੀਂ ਆਪਣਾ ਸਿਲੇਬਸ ਕਰਾਂਗੇ ਉਸ ਵੇਲੇ ਜੋ ਹੈ ਇਹ ਸਾਡੇ ਸਾਹਿਤ ਸਿਧਾਂਤ ਅਤੇ ਵਿਹਾਰਕ ਆਲੋਚਨਾ ਵਾਲੇ ਪੇਪਰ ਦਾ ਜੋ ਹੈ 3rd ਯੂਨਿਟ ਦਾ ਟੌਪਿਕ ਹੈ। ਉਸ ਵੇਲੇ ਤੁਸੀਂ ਇਹ ਜੋ ਵੀਡੀਓ ਹੈ ਇਹ ਤੁਹਾਡੇ ਕੰਮ ਆ ਸਕਦੀ ਹੈ। ਆਓ ਬੇਟਾ ਟੌਪਿਕ ਵੇਖ ਲਈਏ। ਕੀ ਟੌਪਿਕ ਹੈ ਸਾਡਾ? ਰਵਿੰਦਰ ਸਿੰਘ ਰਵੀ ਇੱਕ ਮਾਰਕਸਵਾਦੀ ਆਲੋਚਕ। ਹੁਣ ਮਾਰਕਸਵਾਦ ਜੋ ਹੈ ਉਹ ਤੁਹਾਨੂੰ ਪਤਾ ਹੈ, ਕਿਉਂਕਿ ਇਹ ਤੁਸੀਂ ਆਪਣੇ ਪਹਿਲੇ ਯੂਨਿਟ ਵਿੱਚ 8th ਪੇਪਰ ਦੇ ਮਤਲਬ ਸਾਹਿਤ ਸਿਧਾਂਤ ਅਤੇ ਵਿਹਾਰਕ ਆਲੋਚਨਾ ਦੇ ਜਿਹੜਾ ਤੁਹਾਡਾ ਦੂਜਾ ਯੂਨਿਟ ਹੈ ਉਹਦੇ ਵਿੱਚ ਮਾਰਕਸਵਾਦ ਨਾਲ ਸੰਬੰਧਿਤ ਟੌਪਿਕ ਹੈ ਤੁਹਾਡੇ ਕੋਲ, ਤੁਸੀਂ ਉਹਨੂੰ ਕਰ ਚੁੱਕੇ ਹੋ। ਤੇ ਰਵਿੰਦਰ ਰਵੀ ਕਿਵੇਂ ਇੱਕ ਮਾਰਕਸਵਾਦੀ ਆਲੋਚਕ ਹੈ ਇਹ ਅਸੀਂ ਦੇਖ ਲਈਏ। ਪੰਜਾਬੀ ਸਮੀਖਿਆ ਜਗਤ ਵਿੱਚ ਅਤੇ ਖਾਸ ਤੌਰ 'ਤੇ ਮਾਰਕਸਵਾਦੀ ਸਾਹਿਤ ਚਿੰਤਨ ਦੇ ਖੇਤਰ ਵਿੱਚ, ਕਿਸ ਵਿੱਚ? ਸਮੀਖਿਆ ਜਗਤ ਵਿੱਚ ਅਤੇ ਮਾਰਕਸਵਾਦੀ ਸਾਹਿਤ ਚਿੰਤਨ ਦੇ ਖੇਤਰ ਵਿੱਚ ਰਵਿੰਦਰ ਰਵੀ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ। ਸੰਤ ਸਿੰਘ ਸੇਖੋਂ, ਕਿਸ਼ਨ ਸਿੰਘ, ਨਜ਼ਮ ਹੁਸੈਨ ਸਈਦ ਤੋਂ ਮਗਰੋਂ ਮਾਰਕਸਵਾਦੀ ਸਮੀਖਿਆ ਨੂੰ ਅਗਾਹਾਂ ਤੋਰਨ ਅਤੇ ਇਸ ਦ੍ਰਿਸ਼ਟੀ ਬਿੰਦੂ ਤੋਂ ਸਾਹਿਤ ਸਮੀਖਿਆ ਦੇ ਨਵੇਂ ਪ੍ਰਤਿਮਾਨ ਸਥਾਪਿਤ ਕਰਨ ਦੇ ਪੱਖ ਤੋਂ ਡਾਕਟਰ ਰਵਿੰਦਰ ਰਵੀ ਦੀ ਦੇਣ ਜੋ ਹੈ ਵਡਮੁੱਲੀ ਅਤੇ ਗੌਰਵਮਈ ਹੈ। ਕਿਉਂਕਿ ਅਸੀਂ ਜਿਸ ਵੀ ਧਾਰਾ ਦੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਧਾਰਾ ਹੋਵੇ ਜਾਂ ਕੋਈ ਆਲੋਚਨਾ ਹੋਏ, ਤੇ ਉਸ ਆਲੋਚਨਾ ਨਾਲ ਸੰਬੰਧੀ ਜਿਹੜੇ ਦੂਜੇ ਵਿਦਵਾਨ ਹੁੰਦੇ ਨੇ ਨਾ, ਅਸੀਂ ਜ਼ਰੂਰ ਉਹਨਾਂ ਦੀ ਥੋੜ੍ਹੀ ਜਿਹੀ ਗੱਲ ਨੂੰ ਆਪਣੇ ਟੌਪਿਕ 'ਚ ਲਿਆਉਣਾ ਹੁੰਦਾ ਹੈ। ਅਤੇ ਐਸੇ ਕਰਕੇ ਜੋ ਹੈ ਅਸੀਂ ਸੇਖੋਂ ਦਾ ਨਾਮ ਹੈ ਇਹਦੇ 'ਚ ਲਿਖਿਆ, ਕਿਸ਼ਨ ਸਿੰਘ ਦਾ ਲਿਖਿਆ, ਨਜ਼ਮ ਹੁਸੈਨ ਸਈਦ ਦਾ ਲਿਖਿਆ, ਤਾਂ ਜੋ ਅਸੀਂ ਆਪਣੀ ਗੱਲ ਨੂੰ ਜੋ ਹੈ ਜੋੜ ਕੇ ਅੱਗੇ ਵਧਾ ਸਕੀਏ। ਫਿਰ ਹੈ ਪੰਜਾਬੀ ਰਾਮ ਕਾਵਿ, ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ, ਵਿਰਸਾ ਤੇ ਵਰਤਮਾਨ, ਪ੍ਰਗਤੀਵਾਦ ਤੇ ਪੰਜਾਬੀ ਸਾਹਿਤ। ਇਹ ਸੰਪਾਦਿਤ ਹੈਗੀਆਂ ਕਿਤਾਬਾਂ ਨੇ ਰਵਿੰਦਰ ਰਵੀ ਦੀਆਂ। ਆਦਿ ਪੁਸਤਕਾਂ ਦੁਆਰਾ ਉਸਨੇ ਆਪਣੇ ਆਲੋਚਨਾਤਮਕ ਪ੍ਰਤਿਭਾ ਜਿਹੜੀ ਉਹਦੀ ਸੀ ਉਹਦਾ ਪ੍ਰਮਾਣ ਦਿੱਤਾ। ਸਾਰੀਆਂ ਜਿਹੜੀਆਂ ਕਿਤਾਬਾਂ ਨੇ ਆਲੋਚਨਾ ਨਾਲ ਸੰਬੰਧਿਤ ਨੇ ਰਵਿੰਦਰ ਰਵੀ ਦੀਆਂ ਸਾਰੀਆਂ ਇਹ ਪੁਸਤਕਾਂ। ਡਾਕਟਰ ਰਵਿੰਦਰ ਰਵੀ ਮਾਰਕਸਵਾਦੀ ਵਿਚਾਰਧਾਰਾ ਦੇ ਸਿਧਾਂਤਕ ਪਹਿਲੂਆਂ ਤੋਂ ਆਪਣੀ ਗੱਲ ਆਰੰਭ ਕਰਦਾ ਹੈ। ਜਿਹੜੇ ਮਾਰਕਸਵਾਦ ਦੇ ਸਿਧਾਂਤਕ ਪਹਿਲੂ ਨੇ ਨਾ, ਉਹਨਾਂ ਤੋਂ ਜੋ ਹੈ ਰਵਿੰਦਰ ਰਵੀ ਆਪਣੀ ਗੱਲ ਨੂੰ ਆਰੰਭ ਕਰਦਾ ਹੈ। ਉਹਦੇ ਤੋਂ ਆਰੰਭ ਕਰਕੇ ਆਪਣੀ ਗੱਲ ਨੂੰ ਸਾਹਿਤ, ਸੰਸਕ੍ਰਿਤੀ, ਭਾਰਤੀ ਸੱਭਿਆਚਾਰ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਪੰਜਾਬੀ ਕਿੱਸਾ ਕਾਵਿ, ਸਨਾਤਨਵਾਦ, ਯਥਾਰਥਵਾਦ, ਮਾਰਕਸਵਾਦ, ਸੰਰਚਨਾਵਾਦ, ਪ੍ਰਗਤੀਵਾਦ, ਸਾਰੇ ਪਹਿਲੂਆਂ 'ਤੇ ਜੋ ਹੈ ਡਾਕਟਰ ਰਵਿੰਦਰ ਰਵੀ ਗੱਲ ਕਰਦਾ ਹੈ। ਅਤੇ ਉਹਦੇ ਨਾਲ ਆਧੁਨਿਕ ਪੰਜਾਬੀ ਕਵਿਤਾ ਦਾ ਵੀ ਜੋ ਹੈ ਕਾਵਿ ਸ਼ਾਸਤਰ ਉਸਾਰਦਾ ਹੈ। ਅਤੇ ਇਹਨਾਂ ਸਾਰੇ ਪਹਿਲੂਆਂ 'ਤੇ ਜੋ ਹੈ ਉਹਦੀ ਰਵਿੰਦਰ ਰਵੀ ਦੀ ਚਰਚਾ ਤੁਸੀਂ ਆਪਣੇ ਇਸ ਕੁਐਸਚਨ ਵਿੱਚ ਮਾਰਕਸਵਾਦੀ ਆਲੋਚਨਾ ਨਾਲ ਸੰਬੰਧਿਤ ਕਿ ਰਵਿੰਦਰ ਰਵੀ ਕਿਵੇਂ ਇੱਕ ਮਾਰਕਸਵਾਦੀ ਆਲੋਚਕ ਹੈ, ਤੁਸੀਂ ਇਹਦੇ 'ਚ ਐਡ ਕਰ ਸਕਦੇ ਹੋ। ਪਰ ਅਸੀਂ ਇੱਥੇ ਸਾਰੀ ਨਹੀਂ ਐਡ ਕਰਾਂਗੇ, ਥੋੜ੍ਹਾ ਜਿਹਾ ਕਰਾਂਗੇ, ਕਿਉਂਕਿ ਪੂਰਾ ਤਾਂ ਹੋ ਵੀ ਨਹੀਂ ਸਕਦਾ ਕੁਐਸਚਨ। ਇੱਥੇ ਥੋੜ੍ਹੀ ਜਿਹੀ ਆਪਾਂ ਗੱਲ ਕਰਾਂਗੇ ਕਿ ਆਧੁਨਿਕ ਪੰਜਾਬੀ ਕਵਿਤਾ ਨਾਲ ਸੰਬੰਧਿਤ ਜੋ ਹੈ ਕੁਝ ਦੋ ਵਿਦਵਾਨਾਂ ਦੀ ਗੱਲ ਹੈਗੀ ਇੱਥੇ, ਕਿ ਇਸ ਸੰਦਰਭ ਵਿੱਚ ਪਿਛਲੇ ਦਹਾਕੇ ਦੀ ਪੰਜਾਬੀ ਕਵਿਤਾ ਦੀਆਂ ਡੂੰਘੀਆਂ ਪਰਤਾਂ ਨੂੰ ਫਰੋਲਦੇ ਹੋਏ ਜਸਬੀਰ ਸਿੰਘ ਆਹਲੂਵਾਲੀਆ ਦੀ ਕਵਿਤਾ ਵਿੱਚ ਨਾਟਕੀ ਤੱਤਾਂ ਅਤੇ ਕਰਮਜੀਤ ਸਿੰਘ ਦੀ ਕਵਿਤਾ ਵਿੱਚ ਪ੍ਰਗਤੀਵਾਦ ਦੇ ਸਰੂਪ ਦਾ ਨਿਰੀਖਣ ਜੋ ਹੈ ਰਵਿੰਦਰ ਰਵੀ ਆਪਣੀ ਮਾਰਕਸਵਾਦੀ ਆਲੋਚਨਾ ਦੇ ਤਹਿਤ ਜੋ ਹੈ ਕਰਦਾ ਹੈ। ਜਦੋਂ ਆਪਣੇ ਮਾਰਕਸਵਾਦੀ ਵਿਚਾਰਧਾਰਾ ਦੇ ਸਿਧਾਂਤਕ ਪਹਿਲੂ ਪੇਸ਼ ਕਰਦਾ ਹੈ, ਉਸ ਵੇਲੇ ਜੋ ਹੈ ਇਹਨਾਂ ਦੀ ਕਵਿਤਾ ਵਿੱਚ ਪ੍ਰਗਤੀਵਾਦ ਦਾ ਸਰੂਪ ਕਰਮਜੀਤ ਸਿੰਘ ਦੀ ਅਤੇ ਜਸਬੀਰ ਸਿੰਘ ਆਹਲੂਵਾਲੀਆ ਦੀ ਕਵਿਤਾ ਵਿੱਚ ਨਾਟਕੀ ਤੱਤਾਂ ਦੀ ਜੋ ਹੈ ਨਿਰੀਖਣ ਕਰਦਾ ਹੈ।
ਫਿਰ ਆਪਾਂ ਗੱਲ ਕਰਾਂਗੇ ਕਿ ਪਾਠਗਤ ਅਧਿਐਨ ਵੱਲ ਰੁਚਿਤ ਹੁੰਦਾ ਹੋਇਆ, ਪਾਠਗਤ ਅਧਿਐਨ ਵੱਲ ਰੁਚਿਤ ਹੁੰਦਾ ਹੋਇਆ ਰਵਿੰਦਰ ਰਵੀ ਸੁਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਉਤਕ੍ਰਿਸ਼ਟ ਰਚਨਾ ਲੂਣਾ ਦਾ ਮਾਰਕਸਵਾਦੀ ਸਮੀਖਿਆਤਮਕ ਦ੍ਰਿਸ਼ਟੀ ਬਿੰਦੂ ਤੋਂ ਵਿਸ਼ਲੇਸ਼ਣਾਤਮਕ ਅਧਿਐਨ ਕਰਦਾ ਹੈ। ਇਹ ਹੈ ਜੋ ਉਹਨੇ ਆਧੁਨਿਕ ਪੰਜਾਬੀ ਕਵਿਤਾ ਦੇ ਸੰਦਰਭ ਵਿੱਚ ਜੋ ਉਹਨੇ ਗੱਲ ਕੀਤੀ, ਉਹਦੇ ਨਾਲ ਸੰਬੰਧਿਤ ਗੱਲ ਹੈ। ਇਸ ਤੋਂ ਇਲਾਵਾ ਉਹ ਆਪਣੇ 2 ਨਿਬੰਧਾਂ ਵਿੱਚ ਪੰਜਾਬ ਦੀ ਰਾਜਨੀਤੀ ਦੇ ਪ੍ਰਸੰਗ ਵਿੱਚ ਪੰਜਾਬ ਦੀ ਰਾਜਨੀਤੀ ਦੇ ਪ੍ਰਸੰਗ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਨਜ਼ਰਸ਼ਾਨੀ ਕਰਦੇ ਹੋਏ ਕੁਝ ਅਜਿਹੇ ਨੁਕਤੇ ਸਾਡੇ ਸਾਹਮਣੇ ਪ੍ਰਕਾਸ਼ਮਾਨ ਕਰਦਾ ਹੈ, ਜਿਨ੍ਹਾਂ ਦੇ ਸਿੱਟੇ ਵਜੋਂ ਪੰਜਾਬੀਆਂ ਨੂੰ ਇੱਕ ਕੌਮ ਵਜੋਂ ਆਪਣੇ ਹੀ ਕਿਰਦਾਰ ਉੱਤੇ ਪ੍ਰਸ਼ਨ ਚਿੰਨ੍ਹ ਲਾਉਣਾ ਪੈਂਦਾ ਹੈ। ਮਤਲਬ ਕਿ ਏਡੀ ਡੀਪਲੀ ਜੋ ਹੈ ਪੰਜਾਬੀ ਭਾਸ਼ਾ ਦੀ ਸਥਿਤੀ ਨਾਲ ਸੰਬੰਧਿਤ, ਰਾਜਨੀਤੀ ਨਾਲ ਸੰਬੰਧਿਤ, ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ ਡਾਕਟਰ ਰਵਿੰਦਰ ਰਵੀ ਚਰਚਾ ਕਰਦਾ ਹੈ ਕਿ ਪੰਜਾਬੀਆਂ ਨੂੰ ਆਪਣੇ ਹੀ ਕਿਰਦਾਰ ਉੱਤੇ ਪ੍ਰਸ਼ਨ ਚਿੰਨ੍ਹ ਲਾਉਣਾ ਪੈਂਦਾ ਹੈ। ਡਾਕਟਰ ਰਵਿੰਦਰ ਰਵੀ ਆਪਣੇ ਨਿਬੰਧ ਵਿਚਾਰਧਾਰਾ ਅਤੇ ਇਤਿਹਾਸਕ ਪ੍ਰਵਰਗ ਵਿੱਚ ਇਹ ਧਾਰਨਾ ਪੇਸ਼ ਕਰਦਾ ਹੈ ਕਿ ਕੋਈ ਵੀ ਵਿਚਾਰਧਾਰਾ ਜਾਂ ਤਾਂ ਸਮਾਜਿਕ ਇਤਿਹਾਸਕ ਵਿਕਾਸ ਦੇ ਰੁੱਖ ਵਾਲੀ ਜਾਂ ਇਸ ਵਿਕਾਸ ਦੀ ਪ੍ਰਕਿਰਿਆ ਦੀ ਵਿਰੋਧੀ ਕਾਰਨ ਜੋ ਹੈ ਹੋਂਦੀ ਚਾਹੁੰਦੀ ਹੈ। ਮਤਲਬ ਕਿ ਕੋਈ ਵੀ ਵਿਚਾਰਧਾਰਾ ਜਿਹੜੀ ਹੁੰਦੀ ਹੈ ਨਾ, ਚਾਹੇ ਉਹ ਇਤਿਹਾਸਕ ਹੋਏ, ਕਿਸੇ ਵੀ ਤਰ੍ਹਾਂ ਦੀ ਵਿਚਾਰਧਾਰਾ, ਚਾਹੇ ਉਹ ਸਮਾਜਿਕ ਹੋਏ, ਉਹ ਕਦੋਂ ਹੋਂਦੀ ਚਾਹੁੰਦੀ ਹੈ? ਜਦੋਂ ਕੋਈ ਵਿਚਾਰਧਾਰਾ ਸਮਾਜਿਕ ਜਾਂ ਇਤਿਹਾਸਕ ਵਿਕਾਸ ਦੇ ਰੁੱਖ ਵਾਲੀ, ਜਦੋਂ ਉਹ ਸਮਾਜ ਅਤੇ ਇਤਿਹਾਸ ਦੇ ਪੋਜ਼ਿਟਿਵ ਵੱਲ ਜਾਂਦੀ, ਉਹਨੂੰ ਮਤਲਬ ਕਿ ਉਹਨੂੰ ਅੱਗੇ ਵੱਲ ਲੈ ਕੇ ਜਾਂਦੀ ਹੈ, ਜਾਂ ਤਾਂ ਉਹਦੀ ਗੱਲ ਹੁੰਦੀ ਹੈ, ਜਾਂ ਜਦੋਂ ਉਹ ਡਿਕਲਾਈਨ ਹੁੰਦੀ ਹੈ, ਉਹ ਵਾਲੀਆਂ ਗੱਲਾਂ ਹੁੰਦੀਆਂ ਨੇ। ਕਿਸੇ ਵੀ ਸਮਾਜਿਕ ਅਤੇ ਇਤਿਹਾਸਕ ਵਿਕਾਸ ਦੀ ਜਾਂ ਤਾਂ ਪੋਜ਼ਿਟਿਵ ਕੋਈ ਗੱਲ ਕਰ ਰਹੀ ਹੁੰਦੀ ਹੈ ਕੋਈ ਲਿਟਰੇਚਰ, ਜਾਂ ਉਹਦੀ ਨੈਗੇਟਿਵ ਕੋਈ ਗੱਲ ਕਰ ਰਿਹਾ ਹੁੰਦਾ, ਤਾਂ ਜੋ ਹੈ ਉਹ ਵਿਚਾਰਧਾਰਾ ਅੱਗੇ ਵੱਧਦੀ ਹੈ। ਜਿਵੇਂ ਅੱਗੇ ਇੱਕ ਐਗਜ਼ਾਮਪਲ ਵੀ ਦਿੱਤਾ ਗਿਆ ਹੈ ਕਿ ਜਮਾਤੀ ਸੰਘਰਸ਼ ਵਿੱਚ ਵਿਚਾਰਧਾਰਾ ਜਿਹੜੀ ਹੁੰਦੀ ਹੈ ਉਹ ਜਮਾਤੀ ਸੁਭਾਅ ਵਾਲੀ ਹੁੰਦੀ ਹੈ, ਅਤੇ ਜਮਾਤ ਰਹਿਤ, ਜਮਾਤ ਤੁਹਾਨੂੰ ਪਤਾ ਹੈ ਕਿ ਸ਼੍ਰੇਣੀਆਂ 'ਚ ਜਦੋਂ ਸਮਾਜ ਵੰਡਿਆ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਜਮਾਤਾਂ, ਅਤੇ ਜਮਾਤ ਰਹਿਤ ਸਮਾਜ ਵਿੱਚ ਇਹ ਜਿਹੜੀ ਧਾਰਾ ਹੁੰਦੀ ਹੈ ਇਹ ਸਰਬ ਸਾਂਝੀ ਅਤੇ ਸਾਰੇ ਸਮਾਜ ਦੇ ਭਲੇ ਨਾਲ ਸੰਬੰਧਿਤ ਹੁੰਦੀ ਹੈ, ਅਤੇ ਅਜਿਹਾ ਬਣਨ ਦੀ ਉਹਦੇ 'ਚ ਸਮਰੱਥਾ ਵੀ ਹੁੰਦੀ ਹੈ। ਫਿਰ ਹੈ ਡਾਕਟਰ ਰਵਿੰਦਰ ਰਵੀ ਆਪਣੇ ਨਿਬੰਧ ਮਾਰਕਸਵਾਦ ਅਤੇ ਸੰਰਚਨਾਵਾਦ ਵਿੱਚ। ਹੁਣ ਜਿਹੜਾ ਡਾਕਟਰ ਰਵਿੰਦਰ ਰਵੀ ਦਾ ਇਹ ਵਾਲਾ ਨਿਬੰਧ ਹੈ, ਇਹਦੇ ਵਿੱਚ ਡਾਕਟਰ ਰਵਿੰਦਰ ਰਵੀ ਜੋ ਹੈ ਮਾਰਕਸਵਾਦ ਨੂੰ ਸੰਰਚਨਾਵਾਦ ਤੋਂ ਸ੍ਰੇਸ਼ਟ ਸਾਬਿਤ ਕਰਦਾ ਹੈ ਅਤੇ ਮੰਨਦਾ ਹੈ ਕਿ ਸੰਰਚਨਾਵਾਦ ਜੋ ਹੈ ਉਹ 'ਤੇ ਕੋਈ ਵਾਦ ਹੀ ਨਹੀਂ ਹੈ। ਕੀ ਲਿਖਦਾ ਰਵਿੰਦਰ ਰਵੀ ਕਿ ਮਾਰਕਸਵਾਦ ਅਤੇ ਸੰਰਚਨਾਵਾਦ ਨਿਬੰਧ ਵਿੱਚ ਜਿੱਥੇ ਮਾਰਕਸਵਾਦ ਨੂੰ ਪਦਾਰਥਕ ਜਗਤ ਦੀ ਹੋਂਦ ਵਿਧੀ ਦੇ ਵੱਖ-ਵੱਖ ਵਰਤਾਰਿਆਂ ਵਿਚਲੇ ਸਰਬ ਸਾਂਝੇ ਸਦੀਵੀ ਅਤੇ ਬਾਹਰਮੁਖੀ ਨੇਮਾਂ ਉੱਤੇ ਆਧਾਰਿਤ ਇੱਕ ਵਿਸ਼ਵ ਦ੍ਰਿਸ਼ਟੀਕੋਣ ਜਾਂ ਫਲਸਫਾ ਮੰਨਦਾ ਹੈ। ਕਿਸ ਨੂੰ ਮੰਨਦਾ ਹੈ? ਸਿਰਫ ਮਾਰਕਸਵਾਦ ਨੂੰ ਮੰਨਦਾ ਹੈ ਡਾਕਟਰ ਰਵਿੰਦਰ ਰਵੀ। ਸਰਬ ਸਾਂਝੇ ਅਤੇ ਸਦੀਵੀ ਬਾਹਰਮੁਖੀ ਨੇਮਾਂ ਉੱਤੇ ਆਧਾਰਿਤ ਇੱਕ ਵਿਸ਼ਵ ਦ੍ਰਿਸ਼ਟੀਕੋਣ ਜਾਂ ਫਲਸਫਾ ਮੰਨਦਾ ਹੈ। ਉੱਥੇ ਰਵਿੰਦਰ ਰਵੀ ਸੰਰਚਨਾਵਾਦ ਨੂੰ ਜੋ ਹੈ ਵਿਗਿਆਨ ਹੋਣ ਦੀਆਂ ਬਹੁਤ ਸਾਰੀ, ਉਹ ਮੰਨਦਾ ਕਿ ਸੰਰਚਨਾਵਾਦ ਜੋ ਹੈ ਉਹ 'ਤੇ ਕੋਈ ਵਿਗਿਆਨ ਹੀ ਨਹੀਂ ਹੈ, ਅਤੇ ਨਾ ਹੀ ਉਹ ਵਿਗਿਆਨ ਹੋਣ ਦੀਆਂ ਸ਼ਰਤਾਂ ਨੂੰ ਜੋ ਹੈ ਪੂਰੀਆਂ ਕਰਦਾ ਹੈ। ਡਾਕਟਰ ਰਵਿੰਦਰ ਰਵੀ ਜੋ ਹੈ ਉਹ ਸੰਰਚਨਾਵਾਦ ਨੂੰ ਕੇਵਲ ਇੱਕ ਵਿਧੀ ਮਾਤਰ ਮੰਨਦਾ ਹੈ। ਕੀ ਮੰਨਦਾ ਹੈ ਸੰਰਚਨਾਵਾਦ ਨੂੰ? ਕਿ ਇਹ ਸਿਰਫ ਜੋ ਹੈ ਇੱਕ ਵਿਧੀ ਹੈ, ਹੋਰ ਕੁਛ ਨਹੀਂ, ਕੋਈ ਦਰਸ਼ਨ ਨਹੀਂ ਹੈ, ਨਾ ਹੀ ਕੋਈ ਕਿਰਿਆ ਹੈ। ਇਸ ਤਰ੍ਹਾਂ ਰਵਿੰਦਰ ਰਵੀ ਮਾਰਕਸਵਾਦੀ ਅਧਿਐਨ ਵਿਧੀ ਨੂੰ ਸੰਰਚਨਾਵਾਦੀ ਅਧਿਐਨ ਵਿਧੀ ਦੀ ਤੁਲਨਾ ਵਿੱਚ ਵਧੇਰੇ ਮੁੱਲਵਾਨ ਮੰਨਦਾ ਹੈ। ਸੰਰਚਨਾਵਾਦੀ ਵਿਧੀ ਦੀ ਤੁਲਨਾ ਵਿੱਚ ਜੋ ਹੈ ਮਾਰਕਸਵਾਦ ਨੂੰ ਵਧੇਰੇ ਮੁੱਲਵਾਨ ਬਣਦਾ ਹੈ। ਬਸ ਹੁਣ ਅਸੀਂ ਜੋ ਹੈ ਡਾਕਟਰ ਰਵਿੰਦਰ ਰਵੀ ਕਿੱਸਾ ਕਾਵਧਾਰਾ ਬਾਰੇ ਕੀ ਗੱਲ ਕਰਦਾ ਹੈ ਉਹਨੂੰ ਕਰਕੇ ਅਸੀਂ ਆਪਣੀ ਗੱਲ ਨੂੰ ਸਮਾਪਤ ਕਰਾਂਗੇ। ਰਵਿੰਦਰ ਰਵੀ ਆਪਣੇ ਪੰਜਾਬੀ ਕਿੱਸਾ ਕਾਵ ਅਤੇ ਮਾਰਕਸਵਾਦੀ ਦ੍ਰਿਸ਼ਟੀਕੋਣ, ਉਹਦਾ ਨਿਬੰਧ ਹੈ। ਨਿਬੰਧ ਵਿੱਚ ਪੰਜਾਬੀ ਕਿੱਸਾ ਕਾਵਧਾਰਾ ਨੂੰ
ਇੱਕੋ ਵੇਲੇ ਦੂਜੇ ਪੱਧਰ ਦੀ ਖੁਦ ਮੁਖਤਿਆਰ ਪਛਾਣ ਸਥਾਪਿਤ ਕਰਨ ਵਾਲੀ, ਬਣਤਰ ਤੇ ਬੁਣਤਰ ਦਾ ਬੁਨਿਆਦੀ ਆਧਾਰ ਬਣਾਉਣ ਵਾਲੀ ਇੱਕ ਨਿਰੋਲ ਸੁਤੰਤਰ ਕਾਵ ਵਿਧਾ ਸਵੀਕਾਰ ਕਰਦਾ। ਮਤਲਬ ਕਿ ਕਹਿੰਦਾ ਕਿ ਕਿੱਸਾ ਕਾਵਧਾਰਾ ਜੋ ਹੈ ਪੰਜਾਬੀ ਦਾ ਜਿਹੜਾ ਲਿਟਰੇਚਰ ਹੈ ਉਹ ਏਡਾ ਪਾਵਰਫੁਲ ਹੈ, ਏਡਾ ਮੈਟਰ ਹੈ ਉਹਦੇ ਕੋਲ, ਅਤੇ ਉਹ ਸਾਹਿਤ ਦਾ ਇੱਕ ਅਨਿੱਖੜ ਪਾਰਟ ਹੈ, ਅਭਿੰਨ ਅੰਗ ਹੈ ਕਿ ਉਹਦੇ ਕੋਲ ਜੋ ਹੈ ਆਪਣੀ ਸੁਤੰਤਰ ਵਿਧਾ ਹੋਣ ਦਾ ਹੱਕ ਹੈਗਾ ਉਹਦੇ ਕੋਲ। ਕਿੱਸਾ ਕਾਵਧਾਰਾ ਆਪਣੇ ਅੰਦਰ, ਕਿਉਂਕਿ ਆਪਣੇ ਅੰਦਰ ਲੋਕ ਕਥਾ ਨੂੰ ਸਮੇਟਦੀ ਹੈ, ਕਿਉਂਕਿ ਲੋਕ ਕਥਾ ਨੂੰ ਹੀ ਨਹੀਂ ਇਕੱਲਾ ਸਮੇਟਦੀ, ਸਗੋਂ ਲੋਕ ਕਥਾ ਹੀ ਇਸ ਦੀ ਉਸਾਰੀ ਦੀ ਬੁਨਿਆਦ ਹੈ। ਲੋਕ ਕਥਾ ਇਹਦੀ ਉਸਾਰੀ ਦੀ ਬੁਨਿਆਦ ਹੈ। ਇਸ ਧਾਰਾ ਨਾਲ ਬਿਰਤਾਂਤ ਸ਼ਾਸਤਰ ਦਾ ਨੇਮ ਵੀ ਜੁੜਿਆ ਹੋਇਆ ਹੈ, ਠੀਕ ਹੈ ਨਾ। ਲੋਕ ਸਾਹਿਤ ਵੀ ਇਹਦੇ ਨਾਲ ਸੰਬੰਧਿਤ ਹੋ ਗਿਆ, ਬਿਰਤਾਂਤ ਸ਼ਾਸਤਰ ਵੀ ਹੋ ਗਿਆ, ਅਤੇ ਧਾਰਮਿਕ ਮੁਹਾਵਰਾ ਜੋ ਹੈ ਉਹ ਵੀ ਇਹਦਾ ਆਧਾਰ ਹੈ। ਧਰਮ ਨਾਲ ਵੀ ਇਹ ਸੰਬੰਧਿਤ ਹੈ, ਅਤੇ ਲੋਕ ਜੀਵਨ ਦੇ ਸਮਕਾਲੀ ਅਨੁਭਵ ਵੀ ਇਹਦੇ ਨਾਲ ਜੁੜੇ ਹੋਏ ਨੇ। ਲੋਕ ਜੀਵਨ ਦੇ ਸਮਕਾਲੀ ਅਨੁਭਵ ਵੀ ਇਹਦੇ ਨਾਲ ਜੁੜੇ ਹੋਏ ਨੇ। ਅਤੇ ਡਾਕਟਰ ਰਵਿੰਦਰ ਰਵੀ ਅਨੁਸਾਰ ਭਾਵੇਂ ਕਿੱਸਾ ਕਾਵਿ ਦੀਆਂ ਕੁਝ ਰਚਨਾਵਾਂ ਦੁਹਰਾਓ ਮਾਤਰ ਨੇ, ਜਿਵੇਂ ਹੀਰ ਦਾ ਕਿੱਸਾ, ਬਾਰ-ਬਾਰ ਬਹੁਤ ਸਾਰੇ ਪੋਇਟਸ ਹੀਰ ਦਾ ਕਿੱਸਾ ਲਿਖਦੇ ਨੇ, ਸੱਸੀ ਪੁੰਨੂ, ਸੋਹਣੀ ਮਹੀਵਾਲ, ਬਾਰ-ਬਾਰ ਰਿਪੀਟ ਹੁੰਦੇ ਨੇ ਕਿੱਸੇ, ਪਰ ਫਿਰ ਵੀ ਕਹਿੰਦਾ ਪਰ ਮੂਲ ਰੂਪ ਵਿੱਚ ਇਹ ਪੰਜਾਬੀ ਜੀਵਨ ਦੇ ਵਿਭਿੰਨ ਪਹਿਲੂਆਂ ਨੂੰ ਧਰਮ ਨਿਰਪੇਖਤਾ ਨਾਲ ਜੋੜਨ ਵਿੱਚ ਸਮਰੱਥ ਨੇ। ਠੀਕ ਹੈ ਬੇਟਾ, ਅੱਜ ਲਈ ਜੋ ਹੈ ਅਸੀਂ ਰਵਿੰਦਰ ਰਵੀ ਦਾ ਇੰਨਾ ਹੀ ਕਰਾਂਗੇ, ਅਤੇ ਫਿਰ ਕਿਸੇ ਦਿਨ ਸਮਾਂ ਬਣਿਆ ਅੱਗੇ ਕਰਾਂਗੇ ਇਸ ਕੁਐਸਚਨ ਨੂੰ, ਜਾਂ ਕੋਈ ਹੋਰ ਟੋਪਿਕ ਵੀ ਅਸੀਂ ਕਰ ਸਕਦੇ ਹਾਂ ਐਮਏ ਪੰਜਾਬੀ ਨਾਲ ਸੰਬੰਧਿਤ। ਅਤੇ ਹੁਣ ਜੇਕਰ ਤੇ ਔਨਲਾਈਨ ਹੋਈਆਂ ਕਲਾਸਾਂ, ਫਿਰ ਤੇ ਆਪਾਂ ਹੋਰ ਆਪਣਾ ਬਹੁਤ ਸਾਰਾ ਮੈਟਰ BA ਨਾਲ ਸੰਬੰਧਿਤ ਵੀ ਕਰਾਂਗੇ, ਓਨਰਸ ਨਾਲ ਸੰਬੰਧਿਤ ਵੀ ਕਰਾਂਗੇ, ਓਨਰਸ ਦੀਆਂ ਕਲਾਸਿਸ ਨਾਲ ਸੰਬੰਧਿਤ MA ਦਾ ਤੇ ਬਹੁਤ ਸਾਰਾ ਤੇ ਹੈ ਦੇਖੋ ਆਪਣੇ ਮੇਰੇ ਚੈਨਲ 'ਤੇ, ਅਤੇ ਥੋੜ੍ਹਾ ਬਹੁਤ ਰਹਿੰਦਾ ਹੈ ਉਹਨੂੰ ਆਪਾਂ ਅਪਲੋਡ ਕਰਾਂਗੇ ਜੇ ਔਨਲਾਈਨ ਹੋਈਆਂ ਕਲਾਸਾਂ। ਜੇ ਆਫਲਾਈਨ ਹੋਈਆਂ ਫਿਰ ਅਸੀਂ ਕਾਲਜ ਵਿੱਚ ਪੜ੍ਹਾਂਗੇ। ਓਕੇ ਬੇਟਾ, ਥੈਂਕ ਯੂ।